मैं नाही किश हाऊं नहीं, काश आहे ना मूरा। अवसर लज्जा राख लिहो, सदना जान तूरा। ज्ञान ध्यान किश कर्म ना जाना, सार ना जाना तेरी। सब ते वड्डा सतगुर नानक, जिन कल राखी मेरी। बेशुमार अथाह अगणित अतुल्य, ज्यों बुलावो त्यों नानक दास बोले। बेशुमार अथाह अगणित अतुल्य, ज्यों बुलावो त्यों नानक दास बोले। सतनाम श्री वाहिगुरु साहिब जीओ। मलार महला पहला कार दूजा। एक ओंकार सतगुर प्रसाद। पवनै पानी जानै जात, काया अगन करे निप्रांत। पवनै पानी जानै जात, काया अगन करे निप्रांत। जमह जीव जानै जेथाओ, सुरता पंडित ताका नाओ। गुण गोबिंद ना जानिया है माए, अनडीठा किश कहन ना जाए। क्या कर आख वखाणिया माए, रहाओ ऊपर दार असमान पयाल। क्यों कर कहिए एहो विचार, बिन जिहवा जो जपै हियाए। कोई जाने कैसा नाओ, कथनी बदनी रह निप्रांत। सो बूझै होवै जिस दात, अहनिस यंतर रह लिवलाए। सोई पुरख जी सच समाए। जात कुलीन सेवक जे होए, ताका कहना कहो ना कोय।
ਵਿੱਚ ਸਨਾਤੀ ਸੇਵਕ ਹੋਏ। ਨਾਨਕ ਪਣੀਆਂ ਪਹਿਰੈ ਸੋਏ। ਵਿੱਚ ਸਨਾਤੀ ਸੇਵਕ ਹੋਏ। ਨਾਨਕ ਪਣੀਆਂ ਪਹਿਰੈ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਆਪ ਸੰਗਤਾਂ ਜੁਗੋ ਜੁਗ ਅਟਲ ਸਤਿਗੁਰੂ ਦਸੋ ਪਾਤਸ਼ਾਹੀਆਂ ਦੀ ਪਵਿੱਤਰ ਜੋਤ, ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਚਰਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ। ਦਾਸ ਤੋਂ ਪਹਿਲਾਂ ਸਿੰਘ ਸਾਹਿਬ ਗਿਆਨੀ ਸੁਖਜਿੰਦਰ ਸਿੰਘ ਜੀ, ਗ੍ਰੰਥੀ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ, ਆਪ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਦੁਆਰਾ ਗੁਰੂ ਚਰਨਾਂ ਦੇ ਨਾਲ ਜੋੜ ਰਹੇ ਸਨ। ਇਹ ਵੀ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ। ਕਿੱਥੇ ਆਪਾਂ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਅਤੇ ਇਸ਼ਨਾਨਾਂ ਦੀ ਅਰਦਾਸ ਬੇਨਤੀ ਕਰਦੇ ਹਾਂ, ਉਸੇ ਹੀ ਸਾਡੇ ਸਿੱਖਾਂ ਦੇ ਸਰਵੋਤਮ ਧਾਰਮਿਕ ਕੇਂਦਰੀ ਅਸਥਾਨ ਦੇ ਸਿੰਘ ਸਾਹਿਬ ਸਾਡੇ ਪਾਸ ਆਏ ਹਨ। ਜਿਉਂ ਆਇਆ ਆਖਿਆ ਜਾਂਦਾ ਹੈ। ਹੁਣ ਆਪਾਂ ਕੁਝ ਸਮਾਂ ਲੜੀਵਾਰ ਗੁਰਬਾਣੀ ਦੀ ਕਥਾ ਦੇ ਨਾਲ ਜੁੜਨਾ ਹੈ। ਮਲਾਰ ਰਾਗ ਦੇ ਅੰਦਰ ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਜਾਹਰ ਪੀਰ ਜਗਤ ਗੁਰੂ ਬਾਬਾ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇਸ ਪਾਵਨ ਸ਼ਬਦ ਦੀ ਉਥਾਨਕਾ ਮਹਾਂਪੁਰਖ ਨੌਵੀਂ ਟਕਸਾਲ ਸੰਪਰਦਾਇ ਪਿੰਡਰਾਂ ਦੇ ਵਿੱਚ ਇਹ ਸਰਵਣ ਕਰਵਾਉਂਦੇ ਹਨ। ਕੋਈ ਪੰਡਤ ਜਿਹੜਾ ਆਪਣੇ ਆਪ ਨੂੰ ਬਹੁਤ ਸਿਆਣਾ, ਵਿਦਵਾਨ, ਗਿਆਨਵਾਨ ਤੇ ਬੁੱਧੀਮਾਨ ਸਮਝਦਾ ਸੀ, ਉਸ ਨੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਕੁਝ ਸਵਾਲ ਕੀਤੇ ਨੇ। ਮੈਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਦੱਸੋ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕਿਹੋ ਜਿਹਾ ਹੈ? ਤਾਂ ਗਰੀਬਨ ਵਾਜ ਸਤਿਗੁਰੂ ਜੀ ਨੇ ਇਸ ਪਾਵਨ ਸ਼ਬਦ ਦੀਆਂ ਜੋ ਰਹਾਉ ਦੀਆਂ ਪੰਕਤੀਆਂ ਹਨ, ਉਹਨਾਂ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੈ। ਰਾਗੀ ਸਿੰਘਾਂ ਲਈ ਇਹ ਅਸਥਾਈ ਦੀਆਂ ਪੰਕਤੀਆਂ ਹਨ। ਉਹਨਾਂ ਪੰਕਤੀਆਂ ਵਿੱਚ ਹਜ਼ੂਰ ਫਰਮਾਉਂਦੇ ਹਨ, ਗੁਣ ਗੋਬਿੰਦ ਨਾ ਜਾਣੀਐ ਮਾਏ, ਅਣ ਡੀਠਾ ਕਿਛ ਕਹਿਣ ਨਾ ਜਾਏ। ਐ ਮਾਂ, ਐ ਬਜ਼ੁਰਗ ਸਖੀ, ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਬੇਅੰਤ ਨੇ। ਨਾ ਜਾਣੀਐ ਮਾਏ, ਉਹਨਾਂ ਗੁਣਾਂ ਦੇ ਬਾਰੇ ਕੁਝ ਵੀ ਜਾਣਿਆ ਨਹੀਂ ਜਾ ਸਕਦਾ।
ਜਪਜੀ ਸਾਹਿਬ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਵੱਡੇ ਕੀਆਂ ਵਡਿਆਈਆਂ ਕਿਛ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜ਼ਕ ਸੰਭਾਹੇ। ਤੇਰੇ ਕਵਣ ਕਵਣ ਗੁਣ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਾਕੋਂ, ਤੂੰ ਠਾਕੁਰ ਊਚ ਭਗਵਾਨਾ। ਜਿਹਵਾ ਏਕ ਕਵਨ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ। ਤਿਰੁ ਅੰਤ ਨਾ ਕਹਿਨਹਿ ਲਹੀਐ। ਕਲਗੀਧਰ ਪਾਤਸ਼ਾਹ ਬਹੁਤ ਵੱਖਰੇ ਢੰਗ ਦੇ ਨਾਲ ਉਸ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਹਨ। ਸ਼ੀਸ਼ ਨਾਗ ਸਿਰ ਸਹਿਸ ਬਨਾਈ, ਦਵੈ ਸਹੰਸਰ ਰਸਨਾਹ ਸੁਹਾਈ। ਰਾਟਤ ਅਬ ਲਗੇ ਨਾਮ ਅਪਾਰਾ, ਤੁਮਰੋ ਤਉ ਨ ਪਾਵਤ ਪਾਰਾ। ਗੁਣ ਗੋਬਿੰਦ ਨਾ ਜਾਣੀਐ ਮਾਏ, ਹੇ ਮਾਂ ਐ ਉੱਤਮ ਸਖੀ। ਉਸ ਗੋਬਿੰਦ ਦੇ ਗੁਣ ਬੇਅੰਤ ਨੇ, ਉਹਨਾਂ ਨੂੰ ਜਾਣਿਆ ਨਹੀਂ ਜਾ ਸਕਦਾ। ਅਣਡੀਠਾ ਕੁਛ ਕਹਿਣ ਨਾ ਜਾਏ। ਫਿਰ ਉਹ ਵਾਹਿਗੁਰੂ ਅਣਡੀਠਾ ਅਣਡਿੱਠ ਹੈ। ਅਣਡਿੱਠ ਉਸ ਨੂੰ ਕਹਿੰਦੇ ਨੇ ਜਿਹੜਾ ਅੱਖਾਂ ਨਾਲ ਦਿਸੇ ਨਾ। ਗੁਰੂ ਮਹਾਰਾਜ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਅਦ੍ਰਿਸ਼ਟ ਬਾਣੀ ਵਿੱਚ ਲਿਖਿਆ ਹੈ, ਅਤੇ ਨਾਲ ਇਹ ਵੀ ਸਾਨੂੰ ਸਮਝਾ ਦਿੱਤਾ, ਇਹਨਾਂ ਅੱਖਾਂ ਦੇ ਨਾਲ ਨਹੀਂ, ਉਹ ਹੋਰ ਅੱਖਾਂ ਨੇ, ਨਾਨਕ ਸੇ ਅੱਖੜੀਆਂ ਬਿਆਨ, ਜਿਨ੍ਹਾਂ ਦੇ ਨਾਲ ਉਸ ਵਾਹਿਗੁਰੂ ਪਰਮੇਸ਼ਰ ਨੂੰ ਦੇਖਿਆ ਜਾ ਸਕਦਾ। ਜਿਹੜੇ ਪੁਰਾਣੇ ਰਿਸ਼ੀ ਮੁਨੀ ਸਨ, ਉਹਨਾਂ ਨੇ ਇੱਕ ਗੱਲ ਆਖੀ ਵੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਅਨੁਭਵ ਕੀਤਾ ਜਾ ਸਕਦਾ ਹੈ, ਮਹਿਸੂਸ ਕੀਤਾ ਜਾ ਸਕਦਾ ਹੈ, ਅਹਿਸਾਸ ਕੀਤਾ ਜਾ ਸਕਦਾ ਹੈ, ਪਰ ਦੇਖਿਆ ਨਹੀਂ ਜਾ ਸਕਦਾ। ਅਣਡੀਠਾ ਕਿਛ ਕਹਿਣ ਨਾ ਜਾਏ। ਪਰ ਸਤਿਗੁਰੂ ਨੇ ਉਸ ਤੋਂ ਅਗਲੀ ਗੱਲ ਕੀਤੀ ਹੈ, ਵੇਦ ਕਤੇਬ ਸੰਸਾਰ ਹੱਬਾ ਹੂੰ ਬਾਹਰਾ, ਨਾਨਕ ਕਾ ਪਾਤਸ਼ਾਹੋ ਦਿਸੈ ਜਾਹਰ। ਦੋਏ ਦੋਏ ਲੋਚਨ ਭੇਖਾ, ਹਉ ਹਰ ਬਿਨ ਔਰ ਨਾ ਦੇਖਾ। ਨੈਣ ਰਹੇ ਰੰਗ ਲਾਈ, ਅਬ ਬੇ ਗੱਲ ਕਹਿਣ ਨਾ ਜਾਈ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ। ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। ਭਾਵੇਂ ਵਾਹਿਗੁਰੂ ਅਣਡਿੱਠ ਹੈ, ਪਰ ਜਦੋਂ ਗੁਰੂ ਦੀ ਮਿਹਰ ਹੋ ਜਾਂਦੀ ਹੈ ਅਤੇ ਫਿਰ ਉਹ ਦਿਸ ਵੀ ਪੈਂਦਾ। ਕਿਆ ਕਰ ਆਖ ਵਖਾਣੀਐ ਮਾਏ। ਜਿਹੜਾ ਹੈ ਹੀ ਅਣਡਿੱਠ, ਜਿਹੜਾ ਹੈ ਹੀ ਦ੍ਰਿਸ਼ਟ, ਹੇ ਮਾਂ ਕਿਆ ਕਰ ਆਖ ਵਖਾਣੀਐ ਮਾਏ। ਫਿਰ ਕਿੰਨਾ ਸ਼ਬਦਾਂ ਦੇ ਨਾਲ ਅਤੇ ਕਿੰਨਾ ਦ੍ਰਿਸ਼ਟਾਂਤਾਂ ਪ੍ਰਮਾਣਾਂ ਦੇ ਨਾਲ, ਕਿਹੜੀਆਂ ਉਕਤੀਆਂ ਜੁਗਤੀਆਂ ਦੇ ਨਾਲ ਉਸ ਨੂੰ ਮੁੱਖੋਂ ਬਿਆਨ ਕੀਤਾ ਜਾ ਸਕਦਾ ਹੈ। ਜਿਹੜਾ ਹੈ ਹੀ ਅਕਥ, ਉਹਦੇ ਬਾਰੇ ਕੁਝ ਵੀ ਕਹਿਣਾ ਨਾਮੁਮਕਿਨ ਹੈ। ਦਾਸ ਨੂੰ ਛੋਟੀ ਜਿਹੀ ਇੱਕ ਮਹਾਂਪੁਰਖਾਂ ਦੀ ਘਟਨਾ ਯਾਦ ਆ ਗਈ। ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਦੌਦਰ ਪਿੰਡ ਦੇ ਵਿੱਚ ਗਏ ਹੋਏ ਸਨ। ਇੱਕ ਪੰਡਤ ਮਹਾਂਪੁਰਖਾਂ ਦੇ ਕੋਲ ਆਇਆ, ਆ ਕੇ ਬੇਨਤੀ ਕਰਨ ਲੱਗਿਆ, ਮਹਾਂਪੁਰਖੋ ਮੈਂ ਨਿਰਗੁਣ ਦਾ ਉਪਾਸ਼ਕ ਹਾਂ। ਨਿਰਗੁਣ ਸਰੂਪ ਕੈਸਾ ਹੈ, ਅਣਡੀਠਾ ਕਿਛ ਕਹਿਣ ਨਾ ਜਾਏ। ਰੂਪ ਨਾ ਰੇਖ ਨਾ ਰੰਗ ਕਿਛ ਤ੍ਰਿਹੁ ਗੁਣ ਤੇ ਪ੍ਰਭ ਭਿੰਨ। ਤਿਸਹਿ ਬੁਝਾਏ ਨਾਨਕਾ ਜਿਸ ਹੋਵੇ ਹੈ ਸੋ ਪ੍ਰਸੰਨ। ਦੂਸਰਾ ਪੰਡਤ ਸਰਗੁਣ ਦਾ ਉਪਾਸ਼ਕ ਹੈ। ਮੇਰੀ ਉਹਦੇ ਨਾਲ ਚਰਚਾ ਹੋ ਰਹੀ ਹੈ। ਕੱਲ੍ਹ ਨੂੰ ਆਖਰੀ ਦਿਨ ਹੈ,
ਮੈਨੂੰ ਆਪਣੀਆਂ ਦਲੀਲਾਂ ਕਮਜ਼ੋਰ ਨਜ਼ਰ ਆ ਰਹੀਆਂ ਨੇ। ਕਿਧਰੇ ਐਸਾ ਨਾ ਹੋਵੇ ਮੇਰੀ ਸਭਾ ਦੇ ਵਿੱਚ ਹਾਰ ਹੋ ਜਾਵੇ। ਇਸੇ ਲਈ ਮੈਂ ਆਪ ਜੀ ਦੇ ਪਾਸ ਆਇਆ ਹਾਂ। ਤੁਸੀਂ ਮਹਾਂਪੁਰਖ ਹੋ, ਬ੍ਰਹਮ ਗਿਆਨੀ ਹੋ, ਅਨੁਭਵੀ ਅਤੇ ਅਧਿਆਤਮਕਵਾਦੀ ਮਹਾਂਪੁਰਖ ਹੋ। ਮੈਂ ਕੇਵਲ ਕਿਤਾਬੀ ਕੀੜਾ ਹਾਂ। ਸ਼ਾਸਤਰੀ ਗਿਆਨ ਮੇਰੇ ਕੋਲ ਵੀ ਬੜਾ ਹੈ, ਪਰ ਅਨੁਭਵ ਤੋਂ ਕੋਰਾ ਹਾਂ। ਤੁਸੀਂ ਮੇਰੇ 'ਤੇ ਕਿਰਪਾ ਕਰੋ, ਮੇਰੀ ਹਾਰ ਜਿੱਤ ਵਿੱਚ ਬਦਲ ਜਾਵੇ। ਮਹਾਂਪੁਰਖ ਕਹਿਣ ਲੱਗੇ, ਪਹਿਲਾਂ ਇਹ ਦੱਸ ਵਿੱਦਿਆ ਕਿੰਨੀ ਪੜ੍ਹੀ ਹੈ? ਕਹਿੰਦਾ ਜੀ 4 ਵੇਦ, 4 ਉਪਵੇਦ, 18 ਪੁਰਾਣ, 27 ਸਿਮਰਤੀਆਂ, ਰਮਾਇਣ, ਗੀਤਾ ਆਦਿਕ ਖਟ ਸ਼ਾਸਤਰ ਮੈਂ ਸਾਰੇ ਪੜ੍ਹੇ ਨੇ। ਮਹਾਂਪੁਰਖ ਕਹਿਣ ਲੱਗੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਪੜ੍ਹੀ ਹੈ ਕਦੇ? ਕਹਿਣ ਲੱਗਾ ਨਹੀਂ। ਮਹਾਂਪੁਰਖ ਕਹਿਣ ਲੱਗੇ, ਵਾਅਦਾ ਕਰ ਸਾਡੇ ਨਾਲ ਬਈ ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਾਂਗਾ, ਬਾਣੀ ਦਾ ਪ੍ਰਚਾਰ ਕਰਾਂਗਾ, ਬਾਣੀ ਦੀ ਕਥਾ ਕਰਾਂਗਾ। ਵਿਦਵਾਨ ਤੂੰ ਹੈ ਹੀ। ਕਹਿੰਦਾ ਮੈਂ ਵਾਅਦਾ ਕਰਦਾ ਹਾਂ। ਤਾਂ ਮਹਾਂਪੁਰਖ ਕਹਿਣ ਲੱਗੇ, ਜੇ ਤੂੰ ਵਾਅਦਾ ਕੀਤਾ ਇਸ 'ਤੇ ਪੂਰਾ ਉਤਰੀ। ਕਹਿਣ ਲੱਗਾ ਜੀ 7 ਬਚਨ। ਮਹਾਂਪੁਰਖ ਕਹਿਣ ਲੱਗੇ, ਕੱਲ੍ਹ ਨੂੰ ਜਦੋਂ ਚਰਚਾ ਸ਼ੁਰੂ ਹੋਈ, ਉਹ ਪੰਡਤ ਤੇਰੇ 'ਤੇ ਸਵਾਲ ਕਰੇਗਾ, ਤੂੰ ਚੁੱਪ ਰਹਿਣਾ, ਕੋਈ ਜਵਾਬ ਨਹੀਂ ਦੇਣਾ, ਅਣਡੀਠਾ ਕੁਛ ਕਹਿਣ ਨਾ ਜਾਏ। ਕਹਿੰਦਾ ਜੀ ਠੀਕ ਹੈ। ਦੂਜੀ ਵਾਰ ਉਹਨੇ ਫਿਰ ਸਵਾਲ ਕਰਨਾ, ਤੂੰ ਮੇਰੀ ਗੱਲ ਦਾ ਜਵਾਬ ਦੇ, ਤੂੰ ਫਿਰ ਵੀ ਚੁੱਪ ਰਹਿਣਾ। ਜਦੋਂ ਤੀਜੀ ਵਾਰ ਉਹ ਸਵਾਲ ਕਰੇਗਾ, ਜਾਂ ਤਾਂ ਹਾਰ ਮੰਨ ਜਾਂ ਮੇਰੀ ਗੱਲ ਦਾ ਜਵਾਬ ਦੇ। ਫਿਰ ਤੂੰ ਅੱਗੋਂ ਇਹ ਕਹਿਣਾ, ਮੈਂ ਤਾਂ ਜਵਾਬ ਦੇ ਦਿੱਤਾ ਹੈ, ਬਸ ਇਹਦੇ ਨਾਲ ਹੀ ਤੇਰੀ ਜਿੱਤ ਹੋ ਜਾਣੀ ਹੈ। ਕਿਉਂ? ਇਹ ਗੁਰਬਾਣੀ ਵਿੱਚ ਲਿਖਿਆ ਹੈ, ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਗੂੰਗੇ ਆਦਮੀ ਨੂੰ ਗੁੜ ਖਵਾ ਦਿਓ, ਬਾਅਦ ਵਿੱਚ ਪੁੱਛੋ ਭਾਈ ਦੱਸ ਕਿੰਨਾ ਕੁ ਸਵਾਦ ਆਇਆ। ਗੂੰਗਾ ਕੀ ਬੋਲ ਕੇ ਦੱਸ ਸਕਦਾ? ਜਿਨ੍ਹਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਆਨੰਦ ਨੂੰ ਪ੍ਰਾਪਤ ਕਰ ਲਿਆ, ਫਿਰ ਉਹ ਬਿਲਕੁਲ ਸ਼ਾਂਤ ਹੋ ਗਏ, ਖਾਮੋਸ਼ ਹੋ ਗਏ, ਸਾਈਲੈਂਟ ਹੋ ਗਏ, ਮੌਨ ਧਾਰਨ ਕਰ ਲਿਆ। ਉਹਦੇ ਬਾਰੇ ਕੁਛ ਵੀ ਕਹਿਣ ਦੀ ਕਿਸੇ ਵਿੱਚ ਸਮਰੱਥਾ ਨਹੀਂ ਹੈ। ਇਸੇ ਲਈ ਇਹਦਾ ਜਵਾਬ ਇਹੀ ਹੈ। ਜਦੋਂ ਇਹ ਗੱਲ ਆਖੀ, ਦੂਸਰੇ ਦਿਨ ਚਰਚਾ ਹੋਈ, ਉਸਨੇ ਉਹੀ ਮਹਾਂਪੁਰਖਾਂ ਦਾ ਕਿਹਾ ਫਾਰਮੂਲਾ ਵਰਤਿਆ। 3 ਵਾਰੀ ਉਸਨੇ ਸਵਾਲ ਕੀਤਾ, ਮੇਰਾ ਜਵਾਬ ਦੇ। ਉਹਨੇ ਅੱਗੋਂ ਕੋਈ ਜਵਾਬ ਨਹੀਂ ਦਿੱਤਾ। ਅਖੀਰ 'ਤੇ ਫੈਸਲਾ ਇਹ ਹੋਇਆ, ਜਾਂ ਤਾਂ ਹਾਰ ਮੰਨ ਜਾਂ ਮੇਰੇ ਸਵਾਲ ਦਾ ਜਵਾਬ ਦੇ। ਉਹ ਅੱਗੋਂ ਕਹਿਣ ਲੱਗਾ, ਜਿਹੜਾ ਹੈ ਹੀ ਨਿਰਾਕਾਰ, ਜਿਹੜਾ ਹੈ ਹੀ ਅਣਡਿੱਠ, ਜਿਹੜਾ ਹੈ ਹੀ ਅਦ੍ਰਿਸ਼ਟ, ਉਹਦੇ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ। ਉਹਦਾ ਚੁੱਪ ਹੀ ਜਵਾਬ ਹੈ। ਮੈਂ ਚੁੱਪ ਰਹਿ ਕੇ ਉਹਦਾ ਜਵਾਬ ਦਿੱਤਾ। ਉਸੇ ਵੇਲੇ ਤਾੜੀ ਵੱਜ ਗਈ ਵੀ ਇਹ ਜਿੱਤ ਗਿਆ ਅਤੇ ਤੂੰ ਹਾਰ ਗਿਆ। ਇਸ ਲਈ ਕੁਛ ਇਹੋ ਜਿਹੇ ਗੁਰ ਹੁੰਦੇ ਨੇ ਮਹਾਂਪੁਰਖਾਂ ਦੇ ਕੋਲ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਭਾਵੇਂ ਕੁਝ ਵੀ ਕਿਹਾ ਨਹੀਂ ਜਾ ਸਕਦਾ, ਕਿਆ ਕਰ ਆਖ ਵਖਾਣੀਆਂ ਮਾਏ, ਪਰ ਫਿਰ ਵੀ ਮਹਾਂਪੁਰਖ ਕੋਈ ਨਾ ਕੋਈ ਰਹੱਸ, ਕੋਈ ਭੇਦ ਦੀ ਗੱਲ, ਕੋਈ ਫਾਰਮੂਲਾ, ਕੋਈ ਗੁਰ ਜ਼ਰੂਰ ਸਮਝਾ ਦਿੰਦੇ ਨੇ, ਜਿਹਦੇ ਨਾਲ ਉਸ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਪਤਾ ਲੱਗ ਜਾਂਦਾ। ਲਓ ਹੁਣ ਆਰੰਭ ਤੋਂ ਗਰੀਬਨ ਨਿਵਾਜ ਸਤਿਗੁਰੂ ਜੀ ਕਿਵੇਂ ਉਸ ਪੰਡਤ ਨੂੰ ਉਪਦੇਸ਼ ਦਿੰਦੇ ਹਨ। ਅਤੇ ਹੁਣ ਸਤਿਗੁਰੂ ਦੀ ਬਾਣੀ ਸਰਬਕਾਲੀ ਅਤੇ ਸਰਬ ਸਾਂਝੀ ਹੈ। ਹੁਣ ਸਾਨੂੰ ਸਾਰਿਆਂ ਨੂੰ ਹੀ ਉਪਦੇਸ਼ ਦਿੰਦੇ ਹਨ, ਕਿਉਂਕਿ ਜਿੰਨੇ ਦੁਨੀਆ ਦੇ ਸਵਾਲ ਨੇ, ਜਦ ਤੋਂ ਦੁਨੀਆ ਪੈਦਾ ਹੋਈ ਅਤੇ ਜਦ ਤੱਕ ਰਹੇਗੀ, ਉਹਨਾਂ ਸਾਰੇ ਸਵਾਲਾਂ ਦੇ ਜਵਾਬ ਸਤਿਗੁਰੂ ਦੀ ਬਾਣੀ ਵਿੱਚ ਮੌਜੂਦ ਨੇ। ਸਿਰਫ ਵਿਚਾਰ ਕਰਨ ਦੀ ਲੋੜ ਹੈ, ਖੋਜ ਕਰਨ ਦੀ ਲੋੜ ਹੈ। ਕੋਈ ਸਵਾਲ ਹੋਵੇ, ਤੁਸੀਂ ਗੁਰੂ ਮਹਾਰਾਜ ਦੇ
ਚਰਨਾਂ ਵਿੱਚ ਅਰਦਾਸ ਬੇਨਤੀ ਕਰੋ, ਹੁਕਮਨਾਮਾ ਲਵੋ, ਉਹਦੇ ਵਿੱਚ ਤੁਹਾਡੀ ਹਰ ਸਮੱਸਿਆ ਦਾ ਜਵਾਬ ਆ ਜਾਂਦਾ। ਸਿਆਣੇ ਗੁਰਮੁਖ ਇਸੇ ਤਰ੍ਹਾਂ ਹੀ ਕਰਦੇ ਨੇ, ਜਿਨ੍ਹਾਂ ਨੂੰ ਗੁਰੂ 'ਤੇ ਭਰੋਸਾ ਹੋਵੇ। ਹੁਣ ਗਰੀਬ ਨਿਵਾਜ ਸਤਿਗੁਰੂ ਜੀ ਆਰੰਭ ਤੋਂ ਫਰਮਾਉਂਦੇ ਹਨ, ਮਲਾਰ ਮਹੱਲਾ ਪਹਿਲਾ ਕਰ ਦੂਜਾ। ਮਲਾਰ ਰਾਗ ਹੈ, ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈ। ਕਰ ਦੂਜਾ ਦੂਜੇ ਕਰ ਸੁਰ ਤਾਲ ਦੇ ਵਿੱਚ ਇਸ ਸ਼ਬਦ ਨੂੰ ਗਾਵੇ ਹੈ। ਅੱਗੇ ਮੰਗਲਾਚਰਨ ਲਿਖਿਆ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ, ਮਿਲਦਾ ਕਿਵੇਂ ਹੈ? ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਨਾਲ। ਹੁਣ ਗਰੀਬ ਨਿਵਾਜ ਸਤਿਗੁਰੂ ਜੀ ਉਸ ਪੰਡਤ ਨੇ ਸਵਾਲ ਕੀਤਾ, ਮਹਾਰਾਜ ਜਾਤ ਪਾਤ ਬਾਰੇ ਤੁਹਾਡਾ ਕੀ ਖਿਆਲ ਹੈ? ਕੋਈ ਜਾਤ ਪਾਤ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ? ਜਾਤ ਪਾਤ ਨੂੰ ਮੰਨਣਾ ਚਾਹੀਦਾ ਕਿ ਨਹੀਂ ਮੰਨਣਾ ਚਾਹੀਦਾ? ਤਾਂ ਗਰੀਬ ਨਿਵਾਜ ਸਤਿਗੁਰੂ ਜੀ ਕਹਿਣ ਲੱਗੇ, ਲੈ ਅਸੀਂ ਇੱਕ ਤੇਰੇ ਅੱਗੇ ਸਵਾਲ ਕਰਦੇ ਹਾਂ, ਤੂੰ ਉਹਦਾ ਜਵਾਬ ਦੇਵੀਂ। ਪਵਨੈ ਪਾਣੀ ਜਾਣੈ ਜਾਤ, ਕਾਇਆ ਅਗਨ ਕਰੇ ਨੇ ਭਰਾਂਤ। ਪਵਨੈ, ਪੌਣ ਹਵਾ ਨੂੰ ਕਹਿੰਦੇ ਨੇ, ਪਾਣੀ ਜਲ ਨੂੰ ਕਹਿੰਦੇ ਨੇ। ਪਹਿਲਾਂ ਇਹ ਦੱਸ, ਹਵਾ ਦੀ ਜਾਤ ਕੀ ਹੈ? ਪਾਣੀ ਦੀ ਜਾਤ ਕੀ ਹੈ? ਜੇ ਤੂੰ ਹਵਾ ਤੇ ਪਾਣੀ ਦੀ ਜਾਤ ਦੱਸ ਦੇਵੇਂ, ਫਿਰ ਅਸੀਂ ਤੈਨੂੰ ਜਵਾਬ ਦੇ ਸਕਦੇ ਹਾਂ ਵੀ ਜਾਤ ਪਾਤ ਮੰਨਣੀ ਚਾਹੀਦੀ ਕਿ ਨਹੀਂ ਮੰਨਣੀ ਚਾਹੀਦੀ। ਜਦੋਂ ਪੌਣ ਪਾਣੀ ਦੀ ਕੋਈ ਜਾਤ ਨਹੀਂ, ਪੰਜ ਤੱਤਾਂ ਦੀ ਕੋਈ ਜਾਤ ਹੈ? ਬਿਲਕੁਲ ਨਹੀਂ। ਫਿਰ ਸਤਿਗੁਰੂ ਕਹਿੰਦੇ ਨੇ, ਪਾਂਚ ਤਤ ਕੋ ਤਨ ਰਚਿਓ, ਜਾਨਹੁ ਚਤੁਰ ਸੁਜਾਨ, ਜੇ ਤੇ ਉਪਜਿਓ ਨਾਨਕਾ ਲੀਨ ਤਾਹੇ ਮਹਿਮਾ। ਪੰਜ ਤੱਤਾਂ ਤੋਂ ਸੰਸਾਰ ਤੇ ਸਾਡਾ ਸਰੀਰ ਬਣਿਆ, ਫਿਰ ਇਹਦੀ ਜਾਤ ਪਾਤ ਕਿਵੇਂ ਮੰਨੀ ਜਾ ਸਕਦੀ ਹੈ? ਫਿਰ ਇਹ ਜਾਤ ਪਾਤ ਦਾ ਭਰਮ ਕਿਵੇਂ ਦੂਰ ਹੋ ਸਕਦਾ ਹੈ? ਕਾਇਆ ਅਗਨ ਕਰੇ ਨੇ ਪ੍ਰਾਂਤ। ਹਜ਼ੂਰ ਕਹਿੰਦੇ ਸਾਡੀ ਕਾਇਆ ਦੇਹ ਦੇ ਵਿੱਚ ਅਗਨ ਜਿਹੜਾ ਸ਼ਬਦ ਹੈ, ਇਹ ਉਸ ਵਾਹਿਗੁਰੂ ਦੀ ਜੋਤ ਦਾ ਪ੍ਰਤੀਕ ਹੈ। ਇੱਕ ਤੇ ਸਾਡੇ ਸਰੀਰ ਵਿੱਚ ਜਠਰਾਗਨ ਅਗਨੀ ਵੀ ਹੈ, ਉਹਦਾ ਪੰਜ ਤੱਤਾਂ ਦੇ ਨਾਲ ਹੀ ਸੰਬੰਧ ਹੈ। ਪਰ ਜਿਹੜਾ ਇਸ਼ਾਰਾ ਇੱਥੇ ਗੁਰੂ ਮਹਾਰਾਜ ਕਰ ਰਹੇ ਨੇ, ਕਾਇਆ ਅਗਨ, ਸਾਡੀ ਕਾਇਆ ਦੇਹ ਦੇ ਵਿੱਚ ਵਾਹਿਗੁਰੂ ਦੀ ਜੋਤ ਵਸ ਰਹੀ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ, ਸਭ ਮੈਂ ਚਾਨਣ ਹੋਏ। ਅਗਨੀ ਨੂੰ ਵੀ ਖੜ ਜੋਤੀਆਂ ਵਿੱਚ ਇੱਕ ਜੋਤ ਮੰਨਿਆ। ਸਤਿਗੁਰੂ ਕਹਿੰਦੇ ਨੇ ਵਾਹਿਗੁਰੂ ਦੀ ਜੋਤ ਸਾਡੀ ਦੇਹ ਵਿੱਚ ਵਰਤ ਰਹੀ ਹੈ। ਕਰੇ ਨੇ ਪ੍ਰਾਂਤ, ਉਹਨੂੰ ਨੇ ਪ੍ਰਾਂਤ ਦਾ ਅਰਥ ਹੈ ਉਹਨੂੰ ਆਪਣੇ ਅੰਦਰੋਂ ਪਰਦੇ ਤੋਂ ਰਹਿਤ ਕਰੇ। ਉਸ ਵਾਹਿਗੁਰੂ ਦੀ ਜੋਤ ਨੂੰ ਆਪਣੇ ਅੰਦਰੋਂ ਪ੍ਰਗਟ ਕਰ ਲਵੇ, ਤੇ ਫਿਰ ਪਤਾ ਲੱਗੇਗਾ ਬਈ ਜੇ ਪੌਣ ਪਾਣੀ ਦੀ ਕੋਈ ਜਾਤ ਨਹੀਂ ਹੈ ਤੇ ਵਾਹਿਗੁਰੂ ਦੀ ਜੋਤ ਸਾਰਿਆਂ ਵਿੱਚ ਹੀ ਬਿਰਾਜਮਾਨ ਹੈ, ਤੇ ਫਿਰ ਜਾਤ ਪਾਤ ਨੂੰ ਕਿਉਂ ਮੰਨਿਆ ਜਾਵੇ? ਜਿੰਨਾ ਚਿਰ ਵਾਹਿਗੁਰੂ ਦੀ ਜੋਤ ਦਾ ਪ੍ਰਕਾਸ਼ ਪ੍ਰਗਟ ਨਹੀਂ ਹੋ ਜਾਂਦਾ, ਕਾਇਆ ਦੀ ਅਗਨ ਜੋਤ ਨੇ ਪ੍ਰਾਂਤ ਪ੍ਰਗਟ ਨਹੀਂ ਹੋ ਜਾਂਦੀ, ਤੇ ਉਹਨਾਂ ਚਿਰ ਜਾਤ ਪਾਤ ਦਾ ਭਰਮ ਦੂਰ ਵੀ ਨਹੀਂ ਹੋ ਸਕਦਾ। ਜੰਮਹਿ ਜੀ ਜਾਣੈ ਜੇ ਥਾਉ, ਸੁਰਤਾ ਪੰਡਤ ਤਾ ਕਾ ਨਾਉ। ਜੰਮਹਿ ਜੀ, ਜਿੱਥੋਂ ਸਾਰੇ ਜੀਵ ਪੈਦਾ ਹੁੰਦੇ ਨੇ। ਸਾਰੇ ਜੀਵ ਕਿੱਥੋਂ ਪੈਦਾ ਹੁੰਦੇ ਨੇ? ਪੰਜ ਤੱਤਾਂ ਤੋਂ ਸੰਸਾਰ ਬਣਿਆ। ਪੰਜ ਤੱਤ ਤੋਂ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ। ਅਪ ਤੇਜ ਵਾਯ ਪ੍ਰਿਥਵੀ ਆਕਾਸ਼। ਤੇ ਪੰਜ ਤੱਤ ਕਿਸ ਨੇ ਬਣਾਏ ਨੇ? ਵਾਹਿਗੁਰੂ ਪਰਮੇਸ਼ਰ ਨੇ ਬਣਾਏ ਨੇ। ਓੰਕਾਰ ਉਤਪਾਤੀ ਕੀਆ ਦਿਨ ਸਭ ਰਾਤੀ, ਵਣ ਤ੍ਰਿਣ ਤ੍ਰੇ ਪਵਨ ਪਾਣੀ, ਚਾਰ ਵੇਦ ਚਾਰੇ ਖਾਣੀ, ਖੰਡ ਦੀਪ ਸਭ ਲੋਆ, ਇਹ ਕਵਾਵੈ ਤੇ ਸਭ ਹੋਆ। ਇਹ ਪੰਜ ਤੱਤ ਵਾਹਿਗੁਰੂ ਨੇ ਪੈਦਾ ਕੀਤੇ ਨੇ, ਤੇ ਉੱਥੋਂ ਸਾਰੇ ਜੀਵ ਪੈਦਾ ਹੋਏ ਨੇ। ਅਸਲੀ ਤਾਂ ਮੂਲ ਕਾਰਨ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਹੀ ਹੈ। ਜੰਮਹਿ ਜੀ, ਜਿੱਥੋਂ ਸਾਰੇ ਜੀਵ ਪੈਦਾ ਹੁੰਦੇ ਨੇ। ਜਾਣਾ ਜੇ ਥਾਂ, ਤੁਸੀਂ ਉਸ ਮੂਲ ਸੋਮੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਜਾਣਨ ਦੀ ਕੋਸ਼ਿਸ਼ ਕਰੋ। ਤੇ ਜੇ ਤੁਸੀਂ ਜਿੱਥੋਂ ਸਾਰੇ ਜੀਵ ਪੈਦਾ ਹੋਏ ਨੇ, ਤੇ ਜਿੱਥੇ ਜਾ ਕੇ ਸਾਰੇ ਲੀਨ ਹੁੰਦੇ ਨੇ, ਤੇ ਜੇ ਤੁਸੀਂ ਉਸ ਮੂਲ ਸੋਮੇ ਅਕਾਲ ਪੁਰਖ ਵਾਹਿਗੁਰੂ ਨੂੰ ਜਾਣ ਲਵੋ,
ਸੁਰਤਾ ਪੰਡਤ ਤਾਕਾ ਨੋ। ਫਿਰ ਉਸ ਪੰਡਤ ਨੂੰ ਸੁਰਤਾ ਦਾ ਅਰਥ ਵੀ ਗਿਆਨਵਾਨ, ਸੋਝੀ ਵਾਲਾ, ਅਤੇ ਸੁਰਤਾ ਦਾ ਅਰਥ ਪੰਜਾਬੀ ਵਿੱਚ ਸਿਆਣਾ ਵੀ ਕੀਤਾ ਵੀ ਉਹ ਸਿਆਣਾ ਪੰਡਤ ਉਸ ਦਾ ਨਾਮ ਹੋ ਸਕਦਾ। ਉਹਨੂੰ ਅਸੀਂ ਬੁੱਧੀਵਾਨ, ਵਿਦਵਾਨ, ਗਿਆਨਵਾਨ ਪੰਡਤ ਕਹਿ ਸਕਦੇ ਹਾਂ, ਜਿਹੜਾ ਆਪਣੇ ਮੂਲ ਰੂਪ ਵਾਹਿਗੁਰੂ ਪਰਮੇਸ਼ਰ ਨੂੰ ਜਾਣ ਲਵੇ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰਾ ਨਾਲ ਹੈ, ਗੁਰਮਤੀ ਰੰਗ ਮਾਣ। ਉਸ ਮੂਲ ਸਰੂਪ ਨੂੰ ਜਾਣਨ ਵਾਲਾ ਹੀ ਅਸਲੀ ਪੰਡਤ ਅਖਵਾ ਸਕਦਾ ਹੈ। ਜਿਵੇਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਫਰਮਾਇਆ, ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹੇ। ਜਿਹੜਾ ਬ੍ਰਹਮ ਨੂੰ ਬਿੰਦੈ ਜਾਣ ਲਵੇ ਉਹਦਾ ਬ੍ਰਾਹਮਣਪੁਣਾ ਕਾਇਮ ਰਹਿ ਸਕਦਾ। ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹੇ, ਏਕ ਸ਼ਬਦ ਲਿਵ ਲਾਏ ਨਵ ਨਿਧੀ 18 ਸਿੱਧੀ, ਤਿਨ ਕੈ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਸੁਰਤਾ ਪੰਡਤ ਤਾਕਾ ਨਾਉ। ਅਸਲੀ ਸਿਆਣਾ ਪੰਡਤ ਉਹੀ ਅਖਵਾ ਸਕਦਾ ਹੈ ਅਤੇ ਜਿਹੜਾ ਉਸ ਵਾਹਿਗੁਰੂ ਪਰਮੇਸ਼ਰ ਨੂੰ ਮੂਲ ਰੂਪ ਨੂੰ ਸਮਝ ਲਵੇ। ਗੁਣ ਗੋਬਿੰਦ ਨਾ ਜਾਣੀਐ ਮਾਏ, ਅਣਡੀਠਾ ਕਿਛ ਕਹਿਣ ਨਾ ਜਾਏ। ਹੇ ਮਾਂ, ਉਹ ਵਡੇਰੀ ਉਮਰ ਦਾ ਪੰਡਤ ਹੋਵੇਗਾ, ਉਹਨੂੰ ਮਾਂ ਸ਼ਬਦ ਦੁਆਰਾ ਸੰਬੋਧਨ ਕੀਤਾ। ਹੇ ਮਾਂ, ਉਸ ਗੋਬਿੰਦ ਵਾਹਿਗੁਰੂ ਦੇ ਗੁਣ ਬੇਅੰਤ ਨੇ, ਨਾ ਜਾਣੀਐ ਮਾਏ, ਉਹਨਾਂ ਦੇ ਬਾਰੇ ਜਾਣਿਆ ਨਹੀਂ ਜਾ ਸਕਦਾ। ਵਾਹਿਗੁਰੂ ਦੇ ਗੁਣ ਬੇਅੰਤ ਨੇ, ਉਸ ਵਾਹਿਗੁਰੂ ਦੇ ਸੰਪੂਰਨ ਗੁਣਾਂ ਦੇ ਬਾਰੇ ਜਾਣਿਆ ਨਹੀਂ ਜਾ ਸਕਦਾ। ਅਣਡੀਠਾ ਕਿਛ ਕਹਿਣ ਨਾ ਜਾਏ, ਅਤੇ ਫਿਰ ਵਾਹਿਗੁਰੂ ਅਣਡਿੱਠ ਹੈ, ਅਦ੍ਰਿਸ਼ਟ ਹੈ, ਅਤੇ ਇਹਨਾਂ ਅੱਖਾਂ ਦੇ ਨਾਲ ਜਿਹੜਾ ਦਿਸਦਾ ਹੀ ਨਹੀਂ, ਫਿਰ ਇਸ ਜ਼ੁਬਾਨ ਦੇ ਨਾਲ ਉਹਦੇ ਬਾਰੇ ਕੁਛ ਵੀ ਕਹਿਣਾ ਉਹ ਵੀ ਨਾਮੁਮਕਿਨ ਹੈ। ਕਿਆ ਕਰ ਆਖ ਵਖਾਣੀਆਂ ਮਾਏ। ਹੇ ਮਾਂ, ਫਿਰ ਇਹ ਦੱਸ ਕਿਹੜੇ ਸ਼ਬਦਾਂ ਦੇ ਨਾਲ ਅਤੇ ਕਿਹੜੀ ਉਕਤੀ ਯੁਕਤੀ ਨਾਲ ਅਤੇ ਕਿਹੜੀ ਉਪਮਾ ਦੇ ਕੇ ਉਸ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਬਿਆਨ ਕੀਤਾ ਜਾਵੇ, ਜਦੋਂ ਉਸ ਵਾਹਿਗੁਰੂ ਦਾ ਰੰਗ ਰੂਪ ਕੋਈ ਹੈ ਹੀ ਨਹੀਂ ਹੈ। ਉਹਦੇ ਬਾਰੇ ਕੁਛ ਵੀ ਕਹਿਣਾ ਨਾਮੁਮਕਿਨ ਹੈ। ਰਹਾਉ ਵਿਸਰਾਮ ਦੇ ਕੇ ਗਰੀਬ ਨਵਾਜ਼ ਸਤਿਗੁਰੂ ਜੀ ਅੱਗੇ ਫਰਮਾਉਂਦੇ ਹਨ, ਉਪਰ ਦਰ ਅਸਮਾਨ ਪਿਆਲ, ਕਿਉਂ ਕਰ ਕਹੀਐ ਦੇਹੋ ਵਿਚਾਰ। ਫਿਰ ਇਹ ਪੰਡਤ ਕਹਿਣ ਲੱਗਾ, ਮਹਾਰਾਜ ਜੇ ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਵਾਸਵ ਸਰੂਪ ਦੇ ਬਾਰੇ ਕੁਝ ਵੀ ਨਹੀਂ ਦੱਸ ਸਕਦੇ, ਫਿਰ ਕਮ ਸੇ ਕਮ ਉਸ ਵਾਹਿਗੁਰੂ ਦੇ ਦਰ ਘਰ ਦੀ ਵਿਚਾਰ ਤਾਂ ਦੱਸ ਹੀ ਸਕਦੇ ਹੋ। ਤਾਂ ਸਤਿਗੁਰੂ ਕਹਿੰਦੇ ਨੇ, ਲਓ ਸੁਣੋ, ਉੱਪਰ ਦਰ ਅਸਮਾਨ ਪਿਆ। ਉੱਪਰ ਅਸਮਾਨ ਆਕਾਸ਼ ਹੈ, ਹੇਠਾਂ ਪਾਤਾਲ ਹੈ। ਦਰ ਇਹੀ ਵਾਹਿਗੁਰੂ ਪਰਮੇਸ਼ਰ ਦਾ ਦਰਵਾਜ਼ਾ ਹੈ। ਆ ਜਿੰਨਾ ਆਕਾਸ਼ ਅਤੇ ਪਾਤਾਲ ਹੈ, ਪੂਰਾ ਸੰਸਾਰ ਇਹੀ ਉਸ ਵਾਹਿਗੁਰੂ ਪਰਮੇਸ਼ਰ ਦਾ ਦਰ ਦੁਆਰ ਹੈ। ਕਿਉਂ ਕਰ ਕਹੀਏ ਦੇਹੋ ਵਿਚਾਰ। ਹੁਣ ਤੂੰ ਆਪ ਹੀ ਦੱਸ ਉਹਦੇ ਬਾਰੇ ਕਿਹੜੀ ਉਪਮਾ ਦੇਈਏ, ਕਿਹੜਾ ਦ੍ਰਿਸ਼ਟਾਂਤ ਦੇਈਏ, ਕਿਹੜੀ ਐਗਜ਼ੈਂਪਲ ਦੇਈਏ, ਇਹ ਵਿਚਾਰ ਹੁਣ ਤੂੰ ਦੱਸ, ਜਿਹਦਾ ਦਰਵਾਜ਼ਾ ਹੀ ਇਤਨਾ ਵੱਡਾ ਹੈ। ਉੱਪਰ ਆਕਾਸ਼ ਦੇ ਹੇਠਾਂ ਪਾਤਾਲ ਤੱਕ ਜਿੰਨਾ ਸੰਸਾਰ ਹੈ, ਇਹ ਉਸ ਦਾ ਦਰਵਾਜ਼ਾ ਹੀ ਹੈ। ਇਹਦੇ ਰਾਹੀਂ ਅਸੀਂ ਵਾਹਿਗੁਰੂ ਪਰਮੇਸ਼ਰ ਦੇ ਘਰ ਪਹੁੰਚ ਸਕਦੇ ਹਾਂ। ਜਦੋਂ ਉਹਦੇ ਦਰ ਘਰ ਦਾ ਹੀ ਕੁਛ ਪਤਾ ਨਹੀਂ ਲੱਗਦਾ, ਫਿਰ ਉਸ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਦੱਸੋ ਕਿਵੇਂ ਬਿਆਨ ਕੀਤਾ ਜਾ ਸਕਦਾ ਹੈ। ਇਹਦੀ ਵਿਚਾਰ ਹੁਣ ਤੁਸੀਂ ਦੱਸੋ। ਬਿਨ ਜਿਹਵਾ ਜੋ ਜਪੈ ਹੈ ਆਏ, ਕੋਈ ਜਾਣੈ ਕੈਸਾ ਨਾਉ। ਫਿਰ ਸਤਿਗੁਰੂ ਦੇ ਚਰਨਾਂ ਵਿੱਚ ਪੰਡਤ ਨੇ ਆਖਿਆ, ਮਹਾਰਾਜ ਫਿਰ ਇਹ ਦੱਸੋ ਉਸ ਵਾਹਿਗੁਰੂ ਪਰਮੇਸ਼ਰ ਨੂੰ ਕਿਵੇਂ ਅਨੁਭਵ ਕੀਤਾ ਜਾ ਸਕਦਾ। ਤਾਂ ਹਜ਼ੂਰ ਕਹਿੰਦੇ ਨੇ, ਬਿਨ ਜਿਹਵਾ ਜੋ ਜਪੈ ਹੈ ਆਏ। ਕਈ ਐਸੇ ਗੁਰਮੁਖ ਨੇ ਨਾਮ ਅਭਿਆਸੀ, ਇੱਕ ਤਾਂ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਨੇ, ਦੂਸਰੇ ਮਧਮਾ ਬਾਣੀ ਦੁਆਰਾ ਵਾਹਿਗੁਰੂ ਵਾਹਿਗੁਰੂ ਦਾ ਅਭਿਆਸ ਕਰਦੇ ਨੇ, ਤੀਜੇ ਪਸੰਤੀ ਬਾਣੀ ਦੁਆਰਾ ਵਾਹਿਗੁਰੂ ਦਾ ਸਿਮਰਨ ਕਰਦੇ ਨੇ, ਚੌਥੇ ਪਰਾ ਬਾਣੀ ਦੁਆਰਾ ਅਜੱਪਾ ਜਾਪ ਦੇ ਨਾਲ ਸੁਰਤ ਜੋੜਦੇ ਨੇ।
ਬਿਨ ਜਿਹਵਾ ਜੋ ਜਪੈ ਹੈ ਆਏ, ਜੋ ਬਿਨਾਂ ਜੇਬਾ ਰਸਨਾ ਤੋਂ ਆਪਣੇ ਹਿਰਦੇ ਵਿੱਚ ਹੀ ਆਪਣੀ ਜਿਹੜੀ ਸੁਰਤ ਦੀ ਜ਼ੁਬਾਨ ਦੇ ਨਾਲ ਉਸ ਵਾਹਿਗੁਰੂ ਦੇ ਨਾਮ ਨੂੰ ਜਪਦੇ ਨੇ। ਕੋਈ ਜਾਣੈ ਕੈਸਾ ਨਾਉ, ਕੋਈ ਇਸ ਗੱਲ ਨੂੰ ਜਾਣ ਸਕਦਾ ਹੈ ਉਹ ਨਾਮ ਦਾ ਰੰਗ ਰੂਪ ਕਿਹੋ ਜਿਹਾ ਹੈ। ਜਿਹਨੂੰ ਗੁਰਮੁਖ ਪਿਆਰੇ ਸੁਰਤ ਦੁਆਰਾ ਜਪਦੇ ਨੇ, ਰਸਨਾ ਤੋਂ ਨਹੀਂ, ਸੁਰਤ ਦੁਆਰਾ, ਭਾਵ ਆਪਣੇ ਅੰਤਰ ਆਤਮਾ ਹੀ ਸੁਰਤ ਸ਼ਬਦ ਦਾ ਸੁਮੇਲ ਕਰਕੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਨੇ। ਉਹਦੇ ਬਾਰੇ ਕੋਈ ਜਾਣ ਸਕਦਾ ਵੀ ਉਹ ਨਾਮ ਕਿਹੜਾ ਜਪਦੇ ਨੇ? ਉਹਦੇ ਬਾਰੇ ਵੀ ਪਤਾ ਨਹੀਂ ਲੱਗ ਸਕਦਾ। ਹਾਂ, ਜਿਹਦੇ ਅੰਦਰ ਅਜੱਪਾ ਜਾਪ ਦੀ ਧੁਨ ਪ੍ਰਗਟ ਹੋ ਜਾਂਦੀ ਹੈ ਉਹ ਤੇ ਗੁਰਮੁਖ ਉਹਦੇ ਬਾਰੇ ਜਾਣ ਸਕਦਾ, ਪਰ ਦੂਜਿਆਂ ਨੂੰ ਪਤਾ ਨਹੀਂ ਲੱਗ ਸਕਦਾ ਵੀ ਇਹ ਕਿਹੜਾ ਨਾਮ ਜਪ ਰਿਹਾ। ਵਾਹਿਗੁਰੂ ਨੇ ਆਪ ਨੂੰ ਵੀ ਗੁਪਤ ਰੱਖਿਆ, ਜਿਹੜਾ ਅਸਲੀ ਉਹਦਾ ਨਾਮ ਹੈ ਉਹ ਵੀ ਗੁਪਤ ਹੀ ਹੈ। ਜਾਂ ਦੂਸਰਾ ਇਹਦਾ ਅਰਥ ਇਉਂ ਵੀ ਵਿਦਵਾਨਾਂ ਨੇ ਕੀਤਾ, ਬਿਨ ਜਿਹਵਾ ਜੋ ਜਪੈ ਹੈ ਆਏ। ਇੱਕ ਤਾਂ ਲੋਕ ਰਸਨਾ ਤੋਂ ਨਾਮ ਜਪਦੇ ਨੇ, ਦੂਜੇ ਉਹ ਨੇ ਜਿਹੜੇ ਬਿਨਾਂ ਰਸਨਾ ਤੋਂ ਹਿਰਦੇ ਦੁਆਰਾ ਉਸ ਨੂੰ ਜਪਦੇ ਨੇ। ਕੋਈ ਜਾਣੈ, ਉਹਨਾਂ ਵਿੱਚੋਂ ਕੋਈ ਵਿਰਲਾ ਜਾਣਦਾ ਹੈ ਵੀ ਉਹ ਨਾਮ ਦਾ ਆਨੰਦ, ਨਾਮ ਦਾ ਸਵਾਦ ਕਿਹੋ ਜਿਹਾ ਹੈ। ਹਜ਼ੂਰ ਅੱਗੇ ਫਰਮਾਉਂਦੇ ਹਨ, ਕਥਨੀ ਬਦਨੀ ਰਹਿ ਨੇ ਭ੍ਰਾਂਤ, ਸੋ ਬੂਝੈ ਹੋਵੈ ਜਿਸ ਦਾਤ। ਫਿਰ ਜਿਹਦੇ ਉੱਤੇ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ, ਸਿਮਰਨ ਦੀ ਅਵਸਥਾ ਪ੍ਰਾਪਤ ਹੋ ਜਾਂਦੀ, ਫਿਰ ਉਹ ਕਥਨੀ ਬਦਨੀ, ਕਥਾ ਪ੍ਰਚਾਰ ਕਵੀਸ਼ਰੀ, ਇਸ ਤੋਂ ਵੀ ਉਹ ਨੇ ਭ੍ਰਾਂਤ, ਇਹ ਵੀ ਭਰਮ ਭ੍ਰਾਂਤੀ ਤੋਂ ਰਹਿਤ ਹੋ ਜਾਂਦਾ। ਭਾਵ ਉਹ ਕਥਾ ਪ੍ਰਚਾਰ ਕਰਨਾ ਵੀ ਬੰਦ ਕਰ ਦਿੰਦਾ, ਜਿਹਦੀ ਸੁਰਤ ਸ਼ਬਦ ਵਿੱਚ ਜੁੜ ਜਾਂਦੀ ਹੈ। ਸੋ ਬੂਝੈ ਹੋਵੈ ਜਿਸ ਦਾ, ਕਿਉਂਕਿ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਵਿਆਖਿਆ ਹੈ ਉਹ ਪ੍ਰਚਾਰ ਦੇ ਨਾਲ, ਵਿਆਖਿਆ ਦੇ ਨਾਲ, ਜ਼ੁਬਾਨ ਦੇ ਨਾਲ ਹੋ ਹੀ ਨਹੀਂ ਸਕਦੀ। ਹਾਂ, ਜਿਸ ਨੂੰ ਇਹ ਨਾਮ ਦੀ ਦਾਤ, ਸਿਮਰਨ ਦੀ ਦਾਤ, ਅਜੱਪਾ ਜਾਪ ਦੀ ਦਾਤ ਪ੍ਰਾਪਤ ਹੋ ਜਾਂਦੀ, ਸੋ ਬੂਝੈ, ਉਹੀ ਇਸ ਅਵਸਥਾ ਨੂੰ ਸਮਝਦਾ ਹੈ। ਅਹਨਿਸ ਅੰਤਰ ਰਹਿ ਲਿਵ ਲਾਏ, ਸੋਈ ਪੁਰਖ ਜੇ ਸੱਚ ਸਮਾਏ। ਅਹਨਿਸ ਤੋਂ ਭਾਵ ਹੈ ਦਿਨ ਰਾਤ, ਉਸ ਵਾਹਿਗੁਰੂ ਦੇ ਨਾਲ ਲਿਵ ਲਾਏ, ਚਿੱਤ ਬਿਰਤੀ ਨੂੰ, ਸੁਰਤ ਨੂੰ ਜੋੜ ਕੇ ਉਹ ਹਮੇਸ਼ਾ ਉਹਦੇ ਵਿੱਚ ਹੀ ਲੀਨ ਹੋਇਆ ਰਹਿੰਦਾ। ਅਸਲੀ ਉਹੀ ਮਹਾਂਪੁਰਖ ਗੁਰਮੁਖ ਪਿਆਰਾ ਵਾਹਿਗੁਰੂ ਦੇ ਦਰ ਪ੍ਰਵਾਨ ਹੁੰਦਾ ਜੇ ਸੱਚ ਸਮਾਏ, ਜਿਹੜਾ ਸੱਚ ਸਰੂਪ ਵਿੱਚ ਲੀਨ ਹੋ ਜਾਵੇ। ਜਾਤ ਕੁਲੀਨ ਸੇਵਕ ਜੇ ਹੋਏ, ਤਾ ਕਾ ਕਹਿਣਾ ਕਹੋ ਨਾ ਕੋਏ। ਉਸ ਪੰਡਤ ਨੂੰ ਕਹਿੰਦੇ ਨੇ, ਪੰਡਤ ਜੀ ਜੇ ਉੱਚੀ ਜਾਤ ਵਿੱਚ, ਚੰਗੇ ਖਾਨਦਾਨ ਦੇ ਵਿੱਚ ਕੋਈ ਰੱਬ ਦਾ ਸੇਵਕ ਪੈਦਾ ਹੋ ਜਾਵੇ, ਉਹਦੇ ਬਾਰੇ ਤੇ ਕੀ ਕਹਿਣਾ ਹੈ। ਉੱਚੀ ਜਾਤ ਵਾਲਾ ਜੇ ਕੋਈ ਵਾਹਿਗੁਰੂ ਦਾ ਨਾਮ ਜਪਦਾ, ਸਿਮਰਨ ਕਰਦਾ, ਭਗਤੀ ਕਰਦਾ, ਤੇ ਉਹਦੇ ਬਾਰੇ ਕੀ ਕਿਹਾ ਜਾਵੇ? ਕੁਛ ਵੀ ਨਹੀਂ ਕਿਹਾ ਜਾ ਸਕਦਾ। ਵਿੱਚ ਸਨਾਤੀ ਸੇਵਕ ਹੋਏ, ਨਾਨਕ ਪਣੀਆਂ ਪਹਿਰੈ ਸੋਏ। ਜੇ ਕੋਈ ਸਨਾਤੀ ਬਹੁਤ ਨੀਵੀਂ ਜਾਤ ਵਿੱਚ ਵੀ ਕੋਈ ਰੱਬ ਦਾ ਸੇਵਕ ਪੈਦਾ ਹੋ ਜਾਵੇ, ਤੇ ਫਿਰ ਸਤਿਗੁਰੂ ਕਹਿੰਦੇ ਨੇ, ਮੇਰਾ ਜੀ ਕਰਦਾ ਜਿਹੜਾ ਰੱਬ ਦਾ ਪਿਆਰਾ, ਚਾਹੇ ਨੀਵੀਂ ਜਾਤ ਵਿੱਚ ਹੀ ਪੈਦਾ ਹੋਇਆ ਹੋਵੇ, ਤੇ ਉਹ ਮੇਰੇ ਚਮੜੇ ਦੀਆਂ ਪਣੀਆਂ ਦਾ ਅਰਥ ਹੈ ਜੁੱਤੀਆਂ ਪਹਿਨੇ, ਜੋੜਾ ਪਹਿਨ ਲਵੇ। ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡਾਉਂਦੇ, ਭਾਈ ਗੁਰਦਾਸ। ਤੇ ਗੁਰੂ ਨਾਨਕ ਸਾਹਿਬ ਵੀ ਕਹਿੰਦੇ ਨੇ, ਜਿਹੜਾ ਰੱਬ ਦੀ ਬੰਦਗੀ ਕਰਨ ਵਾਲਾ, ਉਹਦੇ ਨਾਲ ਜੁੜਿਆ ਹੋਇਆ, ਚਾਹੇ ਨੀਵੀਂ ਜਾਤ ਦਾ ਵੀ ਕੋਈ ਮਹਾਂਪੁਰਖ ਹੋਵੇ, ਤੇ ਮੇਰੇ ਉਹ ਚਮੜੇ ਦੀਆਂ ਜੁੱਤੀਆਂ ਪਹਿਨੇ, ਤੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਪ੍ਰਸੰਨਤਾ ਹੋਵੇਗੀ। ਇੰਨਾ ਸਤਿਕਾਰ ਨਾਮ ਜਪਣ ਵਾਲਿਆਂ ਨੂੰ ਸਤਿਗੁਰੂ ਨੇ ਦਿੱਤਾ ਹੈ। ਜਾਤ ਪਾਤ ਦਾ ਖੰਡਨ ਕਰਕੇ ਗੁਰੂ ਮਹਾਰਾਜ ਨੇ ਵਾਹਿਗੁਰੂ ਦੇ ਨਾਮ ਦੀ ਮਹਿਮਾ ਉਸ ਪੰਡਤ ਨੂੰ ਸਮਝਾਏ ਵੀ ਨਾਮ ਜਪ ਕੇ ਹੀ ਸਭ ਤੋਂ ਉੱਤਮ ਅਵਸਥਾ ਪ੍ਰਾਪਤ ਹੁੰਦੀ ਹੈ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਤਾ ਕਾ ਕਹਿਣਾ ਜਾਤ ਕੁਲੀਨ ਸੇਵਕ ਜੇ ਹੋਏ, ਤਾ ਕਾ ਕਹਿਣਾ ਕਹੋ ਨਾ ਕੋਏ। ਵਿੱਚ ਸਨਾਤੀ ਸੇਵਕ ਹੋਏ, ਨਾਨਕ ਪਣੀਆਂ ਪਹਿਰੈ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।